ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਪਿਆਰੀ ਸਾਧ ਸੰਗਤ ਜੀ, ਇਹ ਘਟਨਾ ਹੈ ਇੱਕ ਪ੍ਰੋਫੈਸਰ ਦੀ, ਜੋ ਦੱਸਦਾ ਹੈ, ਮੈਂ ਇੱਕ ਮੈਡੀਕਲ ਕਾਲਜ ਵਿੱਚ ਪੜ੍ਹਾਉਂਦਾ ਸਾਂ। ਘਰੋਂ ਸੁਨੇਹਾ ਆਇਆ ਕਿ ਮੇਰੀ ਦਾਦੀ ਜੀ ਸਖਤ ਬਿਮਾਰ ਹਨ ਤੇ ਮੈਨੂੰ ਯਾਦ ਕਰ ਰਹੇ ਹਨ। ਆਖਰੀ ਬੱਸ ਜਾਣ ਵਿੱਚ ਕੁਝ ਮਿੰਟ ਹੀ ਸਨ। ਦਰਖਾਸਤ ਦੇ ਕੇ ਜਾਣ ਜੋਗਾ ਵਕਤ ਹੀ ਨਹੀਂ ਸੀ। ਮੈਂ ਆਪਣੀ ਜੇਬ ਡਾਇਰੀ ਵਿੱਚੋਂ ਉਸ ਦਾ ਇੱਕ ਨਿੱਕਾ ਜਿਹਾ ਵਰਕਾ ਪਾੜਿਆ। ਉਸ ਉੱਪਰ ਪ੍ਰਿੰਸੀਪਲ ਸਾਹਿਬਾਂ ਵੱਲ ਦਰਖਾਸਤ ਛੁੱਟੀ ਵਾਸਤੇ ਲਿਖੀ ਤੇ ਸੁਨੇਹਾ ਦੇਣ ਵਾਲੇ ਨੂੰ ਬੇਨਤੀ ਕੀਤੀ ਕਿ ਪ੍ਰਿੰਸੀਪਲ ਸਾਹਿਬਾਂ ਦੇ ਦਫ਼ਤਰ ਦੇ ਦਰਵਾਜ਼ੇ ਹੇਠੋਂ ਲੰਘਾ ਦੇਵੇ, ਕਿਉਂਕਿ ਦਫ਼ਤਰ ਬੰਦ ਹੋ ਚੁੱਕਾ ਹੋਣਾ ਸੀ। 2 ਦਿਨ ਬਾਅਦ ਜਦ ਮੈਂ ਪਰਤਿਆ ਤਾਂ ਮੇਰੀ ਪੇਸ਼ੀ ਹੋਈ। ਪ੍ਰਿੰਸੀਪਲ ਸਾਹਿਬਾਂ ਨੇ ਮੇਰੀ ਗੱਲ ਸੁਣੇ ਬਿਨਾਂ ਹੀ ਕਹਿ ਦਿੱਤਾ ਕਿ ਅਸਤੀਫਾ ਦੇ ਦਿਓ, ਤੁਸੀਂ ਸਾਡੇ ਕਾਲਜ ਦੇ ਨਿਯੰਤਰਣ ਵਿੱਚ ਫਿੱਟ ਨਹੀਂ ਬੈਠਦੇ। ਮੇਰੇ ਪਾਸ ਕੋਈ ਚਾਰਾ ਹੀ ਨਹੀਂ ਸੀ, ਸੋ ਮੈਂ ਅਸਤੀਫਾ ਦੇ ਦਿੱਤਾ। ਸ਼ਾਮ ਨੂੰ ਐਵੇਂ ਆਪਣੇ ਵਿਚਾਰਾਂ ਵਿੱਚ ਡੁੱਬਾ ਕਿਸੇ ਮੁਹੱਲੇ ਵਿੱਚ ਨਿਕਲ ਗਿਆ। ਉੱਥੇ ਘਰ ਅੱਗੋਂ ਲੰਘਿਆ ਜਿਸ ਦੀ ਡਿਓੜੀ ਦਾ ਦਰਵਾਜ਼ਾ ਖੁੱਲ੍ਹਾ ਸੀ ਤੇ ਡਿਓੜੀ ਵਿੱਚ ਇੱਕ ਬਜ਼ੁਰਗ ਦਰੀ ਉੱਪਰ ਬੈਠਾ ਹੋਇਆ ਸੀ। ਮੈਂ ਅੱਗੋਂ ਲੰਘ ਹੀ ਰਿਹਾ ਸਾਂ ਕਿ ਬਜ਼ੁਰਗ ਨੇ ਮੈਨੂੰ ਹੱਥ ਦੇ ਕੇ ਇਸ਼ਾਰੇ ਨਾਲ ਰੋਕਿਆ ਤੇ ਡਿਓੜੀ ਤੋਂ ਹੇਠਾਂ ਥੱਲੇ ਉਤਰ ਆਇਆ। ਮੇਰੇ ਮੋਢੇ 'ਤੇ ਹੱਥ ਰੱਖ ਕੇ ਕਹਿਣ ਲੱਗਾ, ਬੇਟਾ ਇਸ ਲਈ ਉਦਾਸ ਹੋ ਕਿ ਨੌਕਰੀ ਚਲੀ ਗਈ ਹੈ? ਜਾਂ ਨਿਸ਼ਚਿੰਤ ਹੋ ਜਾ, ਅੱਜ ਤੈਨੂੰ 3 ਨੌਕਰੀਆਂ ਦੀ ਪੇਸ਼ਕਸ਼ ਆਵੇਗੀ, ਜਿਹੜੀ ਚੰਗੀ ਲੱਗੇ ਕਰ ਲਵੀਂ। ਮੈਂ ਹੈਰਾਨ ਹਾਂ। ਗਲੀ ਵਿੱਚ ਰਹਿੰਦੇ ਇਸ ਬੁੱਢੇ ਬਾਬੇ ਨੂੰ, ਜਿਸ ਦੀ ਉਮਰ 17 ਤੋਂ ਉੱਪਰ ਜਾਪਦੀ ਸੀ, ਕਿਵੇਂ ਪਤਾ ਮੇਰੀ ਨੌਕਰੀ ਗਈ ਹੈ ਤੇ ਇਹ ਕਿਵੇਂ ਕਹਿ ਸਕਦਾ ਹੈ ਮੈਨੂੰ 3 ਨੌਕਰੀਆਂ ਮਿਲ ਸਕਦੀਆਂ ਹਨ? ਉਹ ਕਿਹੜੀਆਂ ਹੋ ਸਕਦੀਆਂ ਹਨ? ਮੈਨੂੰ ਕਿਸੇ ਇੱਕ ਦੀ ਸੰਭਾਵਨਾ ਵੀ ਨਹੀਂ ਸੁੱਝ ਰਹੀ ਸੀ। ਖੈਰ, ਮੈਂ ਉੱਥੋਂ ਅੱਗੇ ਨਹੀਂ ਗਿਆ। ਉੱਥੋਂ ਹੀ ਪਰਤ ਕੇ ਆਪਣੇ ਘਰ ਚਲਾ ਗਿਆ। ਥੋੜ੍ਹੀ ਦੇਰ ਮਗਰੋਂ ਦਰਵਾਜ਼ਾ ਖੜਕਿਆ ਤੇ ਡਾਕੀਏ ਨੇ 2 ਚਿੱਠੀਆਂ ਬੂਹੇ ਹੇਠੋਂ ਅੰਦਰ ਸਰਕਾ ਦਿੱਤੀਆਂ। ਮੈਂ ਚੁੱਕੀਆਂ ਤੇ ਵਾਰੀ-ਵਾਰੀ ਖੋਲ੍ਹ ਲਈਆਂ। ਪਹਿਲੀ ਚਿੱਠੀ ਮੇਰੇ ਇੱਕ ਦੋਸਤ ਦੀ ਸੀ, ਜੋ ਸਕੂਲ ਵਿੱਚ ਮੇਰਾ ਜਮਾਤੀ ਸੀ ਤੇ ਹੁਣ ਬਟਾਲੇ ਵਿੱਚ ਕਾਰਖਾਨੇਦਾਰ ਸੀ। ਉਸਨੇ ਲਿਖਿਆ ਸੀ ਕਿ ਅਸੀਂ ਬਟਾਲੇ ਦੇ ਕਾਰਖਾਨੇਦਾਰ ਆਪਣੇ ਕਾਮਿਆਂ ਲਈ ਇੱਕ ਡਿਸਪੈਂਸਰੀ ਖੋਲ੍ਹ ਰਹੇ ਹਾਂ। ਜੇਕਰ ਤੁਸੀਂ ਆ ਕੇ ਇਸ ਦਾ ਚਾਰਜ ਲੈ ਲਓ ਤਾਂ ਸਾਨੂੰ ਬੜੀ ਖੁਸ਼ੀ ਹੋਵੇਗੀ। ਦੂਜੀ ਚਿੱਠੀ ਦਿੱਲੀ ਤੋਂ ਸਰਦਾਰ ਹੁਕਮ ਸਿੰਘ SP ਦੀ ਸੀ, ਜੋ ਬਾਅਦ ਵਿੱਚ ਸਪੀਕਰ ਬਣੇ। ਉਹਨਾਂ ਲਿਖਿਆ, ਅਸੀਂ ਦਿੱਲੀ ਤੋਂ ਇੱਕ ਹਫ਼ਤਾਵਾਰ ਅੰਗਰੇਜ਼ੀ ਅਖਬਾਰ ਸਪੋਕਸਮੈਨ ਨਾਮ ਦਾ ਕੱਢਣ ਲੱਗੇ ਹਾਂ। ਜੇਕਰ ਇਸ ਦਾ ਐਡੀਟਰ ਬਣਨ ਦੀ ਸਵੀਕਾਰਤਾ ਦੇ ਸਕਦੇ ਹੋ ਤਾਂ ਸਾਨੂੰ ਬੇਹੱਦ ਖੁਸ਼ੀ ਹੋਵੇਗੀ। ਮੈਂ ਹੈਰਾਨ ਸੀ। ਬੁੱਢੇ ਦੀ ਪੇਸ਼ੀਨਗੋਈ ਤੇ 2/3 ਮੁਕੰਮਲ ਹੋ ਗਈ ਸੀ। ਮੈਂ ਤੀਜੀ ਚਿੱਠੀ ਉਡੀਕਣ ਲੱਗਾ। ਰਾਤ ਪੈ ਗਈ, ਉਹ ਆਈ ਨਹੀਂ। ਮੈਂ ਸੌਂ ਗਿਆ। ਸਵੇਰੇ ਉੱਠਿਆ ਤਾਂ ਚਪੜਾਸੀ ਇੱਕ ਤਾਰ ਲੈ ਕੇ ਆ ਗਿਆ। ਕਹਿਣ ਲੱਗਾ ਕਿ ਤਾਰ ਰਾਤੀ ਕੁਵੇਲੇ ਆਈ ਸੀ। ਮੈਂ ਤੁਹਾਨੂੰ ਜਗਾਉਣ ਦੀ ਹਿੰਮਤ ਨਾ ਕੀਤੀ, ਸੋ ਹੁਣ ਸਵਖਤੇ ਹੀ ਲੈ ਆਇਆ ਹਾਂ। ਜੇਕਰ ਅਵੱਗਿਆ ਹੋ ਗਈ ਹੋਵੇ ਤਾਂ ਖਿਮਾ ਕਰ ਦੇਣਾ। ਮੈਂ ਤਾਰ ਲੈ ਲਈ ਅਤੇ ਪੜ੍ਹੀ। ਇਹ ਤਾਰ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਸਾਹਿਬ ਵੱਲੋਂ ਸੀ। ਲਿਖਿਆ ਸੀ, ਤੁਸਾਂ ਕੁਝ ਚਿਰ ਪਹਿਲਾਂ ਸਾਡੇ ਕਾਲਜ ਵਿੱਚ ਰਜਿਸਟਰਾਰ ਦੀ ਪਦਵੀ ਲਈ ਦਰਖਾਸਤ ਦਿੱਤੀ ਸੀ। ਉਦੋਂ ਇਹ ਅਸਾਮੀ ਖਾਲੀ ਨਹੀਂ ਸੀ, ਹੁਣ ਖਾਲੀ ਹੋ ਗਈ ਹੈ। ਤੁਸਾਂ ਆਉਣਾ ਹੋਵੇ ਤਾਂ ਤੁਰੰਤ ਇਤਲਾਹ ਦਿਓ। ਇਹ ਨੌਕਰੀ ਮੇਰੇ ਮਨਪਸੰਦ ਸੀ, ਸੋ ਮੈਂ ਇਸ ਨੂੰ ਕਬੂਲ ਕਰਨ ਦੀ ਤਾਰ ਦੇ ਦਿੱਤੀ। ਪਰ ਇਸ ਵਿੱਚ ਨਵੇਂ ਸਿਰੇ ਹੈਰਾਨੀ ਹੰਢਾਈ ਕਿ ਉਸ ਬਾਬੇ ਨੂੰ ਕਿਵੇਂ ਪਤਾ ਕਿ ਮੈਨੂੰ 3 ਨੌਕਰੀਆਂ ਮਿਲਣਗੀਆਂ ਤੇ ਮੈਂ ਜਿਹੜੀ ਚਾਹਾਂ ਚੁਣ ਸਕਦਾ ਹਾਂ। ਮੇਰਾ ਜੀ ਕੀਤਾ ਮੈਂ ਉਸ ਬੁੱਢੇ ਦੇ ਦਰਸ਼ਨ ਕਰਾਂ, ਪਰ ਮੈਨੂੰ ਯਾਦ ਹੀ ਨਾ ਆਵੇ ਉਹ ਕਿਹੜੇ ਮੁਹੱਲੇ ਵਿੱਚ ਮੈਨੂੰ ਮਿਲਿਆ ਸੀ। ਕਿਤਨੀ ਬੇਧਿਆਨੀ ਨਾਲ ਉਦੋਂ ਤੁਰਦਾ ਰਿਹਾ ਹੋਵਾਂਗਾ। ਤਾਂ ਵੀ ਮੈਂ ਸਾਰਾ ਸ਼ਹਿਰ ਛਾਣ ਮਾਰਿਆ। ਉਦੋਂ ਲੁਧਿਆਣਾ ਛੋਟਾ ਜਿਹਾ ਸ਼ਹਿਰ ਸੀ, ਜਿਸ ਵਿੱਚ ਘੰਟੇ 1.5 ਘੰਟੇ ਵਿੱਚ ਆਰ ਪਾਰ ਜਾਇਆ ਜਾ ਸਕਦਾ ਸੀ। ਕੇਵਲ ਇੱਕ ਵਾਰ ਨਹੀਂ, ਮੈਂ 3-4 ਵਾਰ ਸ਼ਹਿਰ ਦਾ ਚੱਪਾ ਛਾਣਿਆ, ਪਰ ਉਸ ਡਿਓੜੀ ਵਰਗੀ ਡਿਓੜੀ ਵੀ ਮੈਨੂੰ ਕਿਤੇ ਨਜ਼ਰ ਨਹੀਂ ਆਈ।
ਜਿਸ ਵਿੱਚੋਂ ਬਿਰਧ ਬਾਬਾ ਨਿਕਲ ਕੇ ਮੇਰੇ ਨਾਲ ਹਮਕਲਾਮ ਹੋਇਆ ਸੀ। ਮੈਨੂੰ ਕਦੇ ਵੀ ਪਤਾ ਨਾ ਲੱਗਿਆ ਉਹ ਬਾਬਾ ਕੌਣ ਸੀ। ਮੈਂ ਆਪਣੇ ਇੱਕ ਮਿੱਤਰ ਨੂੰ ਇਹ ਗੱਲ ਦੱਸੀ। ਉਹ ਸੁਣ ਕੇ ਕਹਿਣ ਲੱਗਾ, ਉਹ ਬਾਬਾ ਹੋਰ ਕੋਈ ਨਹੀਂ ਸੀ, ਰੱਬ ਆਪ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।